ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਕਾਸ਼ੀ ਤੋਂ ਗੁਰੂ ਜੀ ਸਸਰਾਮ ਸ਼ਹਿਰ ਗੁਰੂ ਘਰ ਦੇ ਇੱਕ ਮਸੰਦ ਸਿੱਖ ਫੱਗੂ ਦੀ ਚਿਰੰਕਾਲ ਦੀ ਦਰਸ਼ਨ ਕਰਨ ਦੀ ਭਾਵਨਾ ਨੂੰ ਪੂਰੀ ਕਰਨਾ ਏ। ਭਾਈ ਫੱਗੂ ਨੇ ਇੱਕ ਮਕਾਨ ਬਣਵਾ ਕੇ ਉਸ ਦਾ ਦਰਵਾਜ਼ਾ ਬਹੁਤ ਵੱਡਾ ਰੱਖਿਆ ਅਤੇ ਉਸ ਅੱਗੇ ਇੱਕ ਖੁੱਲ੍ਹਾ ਵਿਹੜਾ ਰੱਖਿਆ। ਜਦ ਲੋਕਾਂ ਨੇ ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਹ ਘਰ ਮੈਂ ਗੁਰੂ ਜੀ ਵਾਸਤੇ ਬਣਵਾਇਆ ਹੈ ਕਿ ਜਦ ਆਪ ਜੀ ਦੇ ਘੋੜੇ ਉੱਤੇ ਅਸਵਾਰ ਹੋ ਕੇ ਆਉਣਗੇ ਤਾਂ ਉਹਨਾਂ ਨੂੰ ਬਾਹਰ ਉਤਰਨਾ ਨਾ ਪਵੇ, ਚੜੇ ਚੜਾਏ ਹੀ ਮੇਰੇ ਘਰ ਅੰਦਰ ਆ ਜਾਣ। ਫੱਗੂ ਦੀ ਐਸੀ ਸ਼ਰਧਾ ਭਾਵਨੀ ਅਨੁਭਵ ਕਰਕੇ ਗੁਰੂ ਜੀ ਕਾਸ਼ੀ ਤੋਂ ਤਿਆਰ ਹੋ ਕੇ ਰਸਤੇ ਵਿੱਚ ਮਿਰਜ਼ਾਪੁਰ ਅਤੇ ਸਿੱਖਾਂ ਨੂੰ ਦਰਸ਼ਨ ਦੇ ਕੇ ਕਰਮਨਾਸ਼ਾ ਨਦੀ ਤੋਂ ਪਾਰ ਹੋ ਕੇ ਫੱਗੂ ਦੇ ਘਰ ਜਾ ਪ੍ਰਵੇਸ਼ ਹੋਏ। ਆਪ ਜੀ ਦਾ ਇਸ ਤਰ੍ਹਾਂ ਅਚਾਨਕ ਆਉਣਾ ਵੇਖ ਕੇ ਫੱਗੂ ਬੜਾ ਪ੍ਰਸੰਨ ਹੋਇਆ। ਚਰਨਾਂ ਤੇ ਮੱਥਾ ਟੇਕ ਕੇ ਆਪ ਜੀ ਨੂੰ ਉਸ ਪਲੰਗ ਉੱਤੇ ਵਿਰਾਜਮਾਨ ਕਰਾ ਦਿੱਤਾ ਜਿਹੜਾ ਉਸਨੇ ਉਚੇਚੇ ਗੁਰੂ ਜੀ ਦੇ ਵਿਸ਼ਰਾਮ ਵਾਸਤੇ ਹੀ ਤਿਆਰ ਕੀਤਾ ਹੋਇਆ ਸੀ। ਗੁਰੂ ਜੀ ਕੁਝ ਦਿਨ ਇੱਥੇ ਟਿਕੇ ਰਹੇ ਅਤੇ ਫੱਗੂ ਦੀ ਸ਼ਰਧਾ ਅਤੇ ਪ੍ਰੇਮ ਨਾਲ ਕੀਤੀ ਸੇਵਾ ਉੱਤੇ ਪ੍ਰਸੰਨ ਹੋ ਕੇ ਉਸ ਨੂੰ ਬ੍ਰਹਮ ਗਿਆਨ ਦੀ ਸ਼ਕਤੀ ਬਖਸ਼ ਕੇ ਨਿਹਾਲ ਕੀਤਾ। ਇੱਥੇ ਨਗਰ ਤੋਂ ਬਾਹਰ ਗੁਰੂ ਜੀ ਨੂੰ ਇੱਕ ਬਾਗ ਵੀ ਸੰਗਤ ਨੇ ਭੇਟਾ ਕੀਤਾ ਜੋ ਗੁਰੂ ਕਾ ਬਾਗ ਕਰਕੇ ਪ੍ਰਸਿੱਧ ਹੈ। ਸਸਰਾਮ ਤੋਂ ਚੱਲ ਕੇ ਗੁਰੂ ਜੀ ਗਿਆ ਆਏ ਇੱਥੇ ਆਪ ਜੀ ਨੇ ਆਪਣਾ ਡੇਰਾ ਬਾਹਮਣੀ ਘਾਟ ਉੱਤੇ ਕੀਤਾ। ਖੇਤਰ ਦੇ ਪੰਡਤ ਤੇ ਪਾਂਡਿਆਂ ਨੇ ਆਪ ਜੀ ਨੂੰ ਮਿਲ ਕੇ ਇੱਕ ਜੰਮੂ ਭੇਟਾ ਕੀਤਾ ਅਤੇ ਕਿਹਾ ਕਿ ਆਪਣੇ ਪਿੱਤਰਾਂ ਦੇ ਉਧਾਰ ਵਾਸਤੇ ਇਸ ਨਦੀ ਵਿੱਚ ਇਸ਼ਨਾਨ ਕਰਕੇ ਪਿੰਡ ਭਰਾਓ। ਪੰਡਤਾਂ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਵਿਚਾਰਿਆ ਕਿ ਇਹ ਮਾਇਆ ਦੇ ਭੁੱਖੇ ਹਨ, ਇਹਨਾਂ ਨੂੰ ਮਾਇਆ ਨਾਲ ਬਹੁਤ ਪਿਆਰ ਹੈ। ਇਹ ਵਿਚਾਰ ਕੇ ਗੁਰੂ ਜੀ ਨੇ ਫਲਗੂ ਨਦੀ ਵਿੱਚ ਇਸ਼ਨਾਨ ਕਰਕੇ ਪੰਡਤਾਂ ਨੂੰ ਕਿਹਾ, ਜਿਤਨਾ ਧਨ ਚਾਹੁੰਦੇ ਹੋ ਮੰਗ ਲਵੋ। ਉਹਨਾਂ ਨੇ ਕਿਹਾ, ਜੀ ਸਾਨੂੰ ਸਰਬੰਸ ਦਾਨ ਦਿਓ। ਉਹਨਾਂ ਦੀ ਗੱਲ ਸੁਣ ਕੇ ਆਪ ਜੀ ਨੇ ਆਪਣੇ ਪਾਸ ਇੱਕ ਚਾਦਰ ਅਤੇ ਇੱਕ ਪੰਨਾ ਹੱਥ ਸਾਫ਼ ਕਰਨ ਵਾਲਾ ਰੱਖ ਲਿਆ ਅਤੇ ਬਾਕੀ ਜੋ ਕੁਝ ਪਾਸ ਸੀ ਸਭ ਉਹਨਾਂ ਨੂੰ ਦੇ ਦਿੱਤਾ। ਫਿਰ ਪੰਡਤਾਂ ਨੇ ਕਿਹਾ, ਗੁਰੂ ਜੀ ਸਾਨੂੰ ਇੱਕ ਪੱਤਰ ਯਾਨੀ ਕਿ ਹੁਕਮਨਾਮਾ ਲਿਖ ਦਿਓ ਜਿਸ ਕਰਕੇ ਤੁਹਾਡੀ ਸਾਰੀ ਸਿੱਖੀ ਸਾਨੂੰ ਦਾਨ ਦਿਆ ਕਰੇ। ਗੁਰੂ ਜੀ ਨੇ ਹੱਸ ਕੇ ਕਿਹਾ, ਪੰਡਤ ਜੀ ਇਤਨਾ ਲੋਭ ਨਹੀਂ ਕਰੀਦਾ, ਜੋ ਕੁਝ ਪ੍ਰਾਪਤ ਹੋਵੇ ਉਸ ਉੱਤੇ ਹੀ ਸੰਤੁਸ਼ਟ ਰਹਿਣਾ ਚਾਹੀਦਾ ਹੈ। ਉਸ ਉਪਰੰਤ ਇੱਕ ਰਾਤ ਇੱਥੇ ਵਿਸ਼ਰਾਮ ਕਰਕੇ ਗੁਰੂ ਜੀ ਪਰਿਵਾਰ ਸਹਿਤ ਚੱਲ ਕੇ ਪਟਨੇ ਪਹੁੰਚ ਗਏ। ਪਟਨੇ ਸ਼ਹਿਰ ਵਿੱਚ ਇੱਕ ਜੈਤਾ ਗੁਰੂ ਘਰ ਦਾ ਪ੍ਰੇਮੀ ਰਹਿੰਦਾ ਸੀ। ਜਦ ਉਸਨੇ ਗੁਰੂ ਜੀ ਦਾ ਆਉਣਾ ਸੁਣਿਆ ਤਾਂ ਉਹ ਗੁਰੂ ਜੀ ਨੂੰ ਆਪਣੇ ਘਰ ਬੜੇ ਪ੍ਰੇਮ ਨਾਲ ਲੈ ਗਿਆ। ਪ੍ਰਸ਼ਾਦ ਪਾਣੀ ਦੀ ਸੇਵਾ ਕਰਕੇ ਸੁੰਦਰ ਅਸਥਾਨ 'ਤੇ ਵਿਸ਼ਰਾਮ ਕਰਾਇਆ। ਗੁਰੂ ਜੀ ਦਾ ਆਉਣਾ ਸੁਣ ਕੇ ਪਟਨੇ ਦੀ ਸੰਗਤ ਹੁਮ ਹਮਾ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਭੇਟਾ ਲੈ ਹਾਜ਼ਰ ਹੋਈ। ਇਸ ਦੇਸ਼ ਦੇ ਮਸੰਦ ਵੀ ਆਪਣੇ ਨਾਲ ਬਹੁਤ ਸੰਗਤਾਂ ਅਤੇ ਗੁਰੂ ਘਰ ਦੀ ਕਾਰ ਸੇਵਾ ਇਕੱਠੀ ਕੀਤੀ ਹੋਈ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਆਏ। ਸੰਗਤ ਤਾਂ ਪ੍ਰੇਮ ਅਤੇ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਨੇ ਆਪਣਾ ਨਿਵਾਸ ਉੱਥੇ ਹੀ ਰੱਖਣਾ ਪ੍ਰਵਾਨ ਕਰ ਲਿਆ। ਆਪ ਜੀ, ਮਾਤਾ ਨਾਨਕੀ ਜੀ, ਮਹਿਲ ਗੁਜਰੀ ਜੀ, ਉਹਨਾਂ ਦੇ ਭਰਾਵਾਂ ਕਿਰਪਾਲ ਚੰਦ ਜੀ ਅਤੇ ਸਿੱਖ ਸੇਵਕਾਂ ਬੜੇ ਆਨੰਦ ਨਾਲ ਰਹਿਣ ਲੱਗੇ। ਅਸਾਮ ਦੇਸ਼ ਦਾ ਰਾਜਾ ਕੁਝ ਸਮੇਂ ਤੋਂ ਦਿੱਲੀ ਦਰਬਾਰ ਤੋਂ ਆਕੀ ਹੋਇਆ ਬੈਠਾ ਹੋਇਆ ਸੀ। ਇਸ ਦੇਸ਼ ਜਾਦੂ ਟੂਣਿਆਂ ਤੇ ਮੰਤਰਾਂ ਜੰਤਰਾਂ ਵਾਸਤੇ ਜਦੋਂ ਪ੍ਰਸਿੱਧ ਸੀ। ਜਿਹੜਾ ਇਸ ਉੱਤੇ ਚੜ੍ਹਾਈ ਕਰਕੇ ਜਾਂਦਾ ਸੀ ਉਸ ਨੂੰ ਹੀ ਫਨਾਹ ਕਰ ਦਿੱਤਾ ਜਾਂਦਾ ਸੀ। ਇਸ ਨੂੰ ਫਤਿਹ ਕਰਕੇ ਆਪਣੇ ਈਨ ਮਨਾਉਣ ਵਾਸਤੇ ਔਰੰਗਜ਼ੇਬ ਰਾਜਾ ਰਾਮ ਸਿੰਘ ਜੈਪੁਰੀਏ ਨੂੰ ਇੱਕ ਤਕੜੀ ਫੌਜ ਦੇ ਕੇ ਭੇਜਿਆ। ਇੱਕ ਭਾਰੀ ਫੌਜ ਨਾਲ ਪੜਾਓ ਪੜਾਈ ਚੱਲ ਕੇ ਜਦ ਰਾਜਾ ਰਾਮ ਸਿੰਘ ਨੇ ਪਟਨੇ ਆਣ ਕੇ ਡੇਰਾ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਪ੍ਰਸਿੱਧ ਕਰਾਮਾਤੀ ਰਾਮ ਰਾਏ ਜੀ ਬਾਬਾ ਜੀ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਉੱਤੇ ਬਿਰਾਜਮਾਨ ਹਨ ਜੋ ਇੱਥੇ ਟਿਕੇ ਹੋਏ ਹਨ। ਰਾਜਾ ਬੜੇ ਸਨਮਾਨ ਨਾਲ ਭੇਟਾ ਲੈ ਕੇ ਗੁਰੂ ਜੀ ਨੂੰ ਮਿਲਿਆ ਅਤੇ ਬੇਨਤੀ ਕੀਤੀ ਕਿ ਆਪ ਇਸ ਕਾਰਜ ਵਿੱਚ ਮੇਰੀ ਸਹਾਇਤਾ ਕਰੋ। ਆਪ ਮੇਰੇ ਨਾਲ ਚੱਲੋ ਅਤੇ ਜਾਦੂ ਟੂਣਿਆਂ ਦੇ ਵਾਰ ਤੋਂ ਮੈਨੂੰ ਬਚਾ ਕੇ ਮੇਰੀ ਜਿੱਤ ਕਰਾਓ। ਰਾਜੇ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਉਸ ਨੂੰ ਧੀਰਜ ਦਿੱਤੀ ਅਤੇ ਉਸ ਦੇ ਨਾਲ ਜਾਣਾ ਪ੍ਰਵਾਨ ਕਰ ਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।